ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਜ ਸਾਢੇ ਤੈ ਤੈ ਧੋਤੀਆ, ਤੇਰੇ ਪਾਇਨ ਤੱਗ ਗੱਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਵਗ। ਓਏ ਹਰ ਕੇ ਸੰਤ ਨ ਆਖੀਐ, ਬਾਨਰਸ ਕੇ ਠੱਗ। ਐਸੇ ਸੰਤ ਨ ਮੋਕੋ ਭਾਵੈ, ਡਾਲਾ ਸਿਓ ਪੇਡਾ ਗੜਕਾਵੈ। ਰਹਾਉ ਬਾਸਣ ਮਾਂਜ ਚਰਾਵੈ, ਊਪਰ ਕਾਠੀ ਧੋਏ ਜਲਾਵੈ। ਵਸਦਾ ਖੋਦ ਕਰੈ ਦੁਏ ਚੂਲੇ, ਸਾਰੇ ਮਾਨਸ ਖਾਵੈ। ਓਏ ਅਪਰਾਧ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੈ। ਸਦਾ ਸਦਾ ਫਿਰੈ ਅਭਿਮਾਨੀ, ਸਗਲ ਕੁਟਾਂ ਵਡਭਾਵੈ। ਜਿਤ ਕੋ ਲਾਇਆ ਤਿਥਿ ਲਾਗਾ, ਤੈਸੇ ਕਰਮ ਕਮਾਵੈ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੈ। ਜਿਤ ਕੋ ਲਾਇਆ ਤਿਥਿ ਲਾਗਾ, ਤੈਸੇ ਕਰਮ ਕਮਾਵੈ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਜਿਹਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਧਰਮ ਦੀ ਦੁਨੀਆ ਦੇ ਵਿੱਚ ਜੋ ਲੋਕ ਧਰਮ ਦਾ ਬਾਣਾ ਪਾ ਕੇ ਦੁਨੀਆ ਦੀ ਧਾਰਮਿਕ ਤੌਰ 'ਤੇ ਆਰਥਿਕ ਤੌਰ 'ਤੇ ਲੁੱਟ ਕਰਦੇ ਹਨ, ਉਹਨਾਂ ਦਾ ਜ਼ਿਕਰ ਕੀਤਾ ਹੈ। ਔਰ ਗੁਰਬਾਣੀ ਦੇ ਵਿੱਚ ਸਾਨੂੰ ਸੁਚੇਤ ਕੀਤਾ ਗਿਆ ਹੈ ਕਿ ਮਨੁੱਖ ਤੋਂ ਐਸੇ ਲੋਕਾਂ ਤੋਂ ਸੁਚੇਤ ਹੋ ਕੇ ਰਹਿਣਾ ਹੈ। ਵੇਖਣ ਨੂੰ ਉਹਨਾਂ ਦਾ ਬਾਣਾ ਪੂਰਨ ਸਾਧੂਆਂ ਵਾਲਾ ਹੁੰਦਾ ਹੈ, ਪਰ ਜੀਵਨ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਧਰਮ ਦੀ ਦੁਨੀਆ ਦੇ ਵਿੱਚ ਐਸੇ ਲੋਕ ਜਿਹੜਾ ਹੈ ਉਹ ਨਾਸਤਕਪੁਣਾ ਫੈਲਾਉਂਦੇ ਨੇ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦਾ ਵਿਵਹਾਰ ਵੇਖ ਕੇ ਲੋਕ ਅਕਸਰ ਇਹ ਕਹਿ ਦਿੰਦੇ ਨੇ, ਹੁਣ ਆਪਾਂ ਗੁਰਦੁਆਰੇ ਵਿੱਚ ਜਾਂ ਮੰਦਰ ਵਿੱਚ ਕਿਸੇ ਵੀ ਧਾਰਮਿਕ ਸਥਾਨ 'ਤੇ ਕੀ ਜਾਣਾ ਹੈ, ਉੱਥੇ ਤਾਂ ਇਸ ਤਰ੍ਹਾਂ ਦਾ ਵਿਵਹਾਰ ਹੈ, ਇਸ ਤਰ੍ਹਾਂ ਦਾ ਉੱਥੇ ਇਹ ਕੁਝ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕ ਸਾਰੇ ਧਰਮਾਂ ਦੇ ਵਿੱਚ ਹਨ ਔਰ ਸਾਰੀਆਂ ਹੀ ਥਾਵਾਂ 'ਤੇ ਹਨ।
ਤੋ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਦੇ ਵਿੱਚ ਜੋ ਫਰਮਾਨ ਕਰ ਰਹੇ ਨੇ, ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਆਸਾ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ। ਭਗਤ ਕਬੀਰ ਸਾਹਿਬ ਜੀ ਇੱਥੇ ਖਾਸ ਕਰਕੇ ਇੱਕ ਸ਼ਹਿਰ ਦਾ ਨਾਮ ਵੀ ਲੈਂਦੇ ਨੇ, ਕਿਉਂਕਿ ਉਹ ਸ਼ਹਿਰ ਜਿਹੜਾ ਹੈ ਬੜਾ ਧਾਰਮਿਕ ਸ਼ਹਿਰ ਸੀ। ਧਾਰਮਿਕ ਸ਼ਹਿਰ ਉਸ ਨੂੰ ਮੰਨਿਆ ਗਿਆ ਹੈ, ਔਰ ਧਾਰਮਿਕ ਹੋਵੇ ਵੀ ਕਿਉਂ ਨਾ, ਕਿਉਂਕਿ ਸ਼ਿਵ ਜੀ ਭੋਲੇਨਾਥ ਨੇ ਉਸ ਸ਼ਹਿਰ ਨੂੰ ਵਸਾਇਆ ਸੀ। ਉਸ ਦਾ ਨਾਮ ਹੈ ਬਨਾਰਸ। ਬਨਾਰਸ ਭਗਤ ਨਾਮ ਜਪਣ ਵਾਲੇ, ਨਾਮ ਦੇ ਅਭਿਆਸੀ, ਬੜੇ ਬੜੇ ਵਿਦਵਾਨ ਗੁਣੀ ਜਨ, ਐਸੇ ਲੋਕਾਂ ਵਾਸਤੇ ਇਹ ਸ਼ਹਿਰ ਵਸਾਇਆ ਗਿਆ ਸੀ ਸ਼ਿਵ ਜੀ ਭੋਲੇਨਾਥ ਵੱਲੋਂ। ਪਰ ਸਮੇਂ ਦੀ ਚਾਲ ਐਸੀ ਆਈ ਕਿ ਉੱਥੇ ਉਹ ਲੋਕ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ ਠੱਗਣ ਲੱਗ ਪਏ, ਅਤੇ ਉੱਥੋਂ ਦੇ ਸੰਤ ਵਿਦਵਾਨ ਇੰਨੇ ਮਸ਼ਹੂਰ ਨਹੀਂ, ਜਦ ਕਿ ਉੱਥੋਂ ਦੇ ਠੱਗ ਬਹੁਤ ਮਸ਼ਹੂਰ ਹੋ ਗਏ ਦੁਨੀਆ ਦੇ ਵਿੱਚ। ਅਤੇ ਉਹਨਾਂ ਠੱਗਾਂ ਦਾ, ਉਹਨਾਂ ਲੋਕਾਂ ਦਾ ਬਾਣਾ ਪਹਿਰਾਵਾ ਵੇਖ ਕੇ ਜਿਹੜਾ ਕੋਈ ਮਨੁੱਖ ਪਹਿਲੀ ਵਾਰ ਉੱਥੇ ਜਾਂਦਾ, ਉਹ ਵੇਖ ਕੇ ਆਖਦਾ ਵੀ ਇਹ ਤਾਂ ਕੋਈ ਪੂਰਨ ਹੀ ਸਾਧੂ ਆ ਗਿਆ ਮੇਰੇ ਸਾਹਮਣੇ, ਮੇਰੀ ਹੁਣ ਕਲਿਆਣ ਹੋ ਜਾਵੇਗੀ। ਉਹਨਾਂ ਦੀਆਂ ਦਲੀਲਾਂ, ਉਹਨਾਂ ਦੇ ਪ੍ਰਮਾਣ ਸੁਣ ਕੇ, ਬਚਨ ਸੁਣ ਕੇ, ਅਤੇ ਭਗਤ ਕਬੀਰ ਸਾਹਿਬ ਜੀ ਉਹਨਾਂ ਦਾ ਨਕਸ਼ਾ ਖਿੱਚਦੇ ਨੇ ਕਿ ਇਹ ਜਿਹੜੇ ਲੋਕ ਬਾਹਰੋਂ ਸਾਧੂਆਂ ਵਾਲਾ, ਧਾਰਮਿਕ ਲੋਕਾਂ ਵਾਲਾ ਬਾਣਾ ਪਾ ਲਿਆ, ਇਹ ਤੇ ਬਨਾਰਸੀ ਠੱਗ ਹਨ। ਬਨਾਰਸੀ ਠੱਗ, ਬਨਾਰਸ ਦੇ ਠੱਗ ਇੰਨੇ ਕਿਉਂ ਮਸ਼ਹੂਰ ਹੋ ਗਏ? ਕਿਉਂਕਿ ਦੇਖੋ, ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਧਨ ਨੂੰ ਲੁੱਟਦੇ ਨੇ। ਇੱਕ ਹੁੰਦੇ ਨੇ ਚੋਰ, ਇੱਕ ਡਾਕੂ, ਇੱਕ ਠੱਗ। ਚੋਰ ਉਹ ਉਸ ਸਮੇਂ ਚੋਰੀ ਕਰਦਾ ਜਦੋਂ ਕੋਈ ਨਾ ਹੋਵੇ ਘਰ ਦੇ ਵਿੱਚ, ਕਿਤੇ ਵੀ ਚੋਰੀ ਕਰਨੀ ਹੈ, ਉਹ ਵੇਖਦਾ ਹੈ ਵੀ ਇੱਥੇ ਘਰ ਦਾ ਮਾਲਕ ਜਾਂ ਕੋਈ ਵੀ ਮਨੁੱਖ ਬੰਦਾ ਨਹੀਂ ਹੈ, ਉਹ ਉਸ ਸਮੇਂ ਚੋਰੀ ਕਰਦਾ, ਉਹਨੂੰ ਚੋਰ ਆਖਿਆ ਗਿਆ ਹੈ। ਦੂਸਰਾ ਹੈ ਡਾਕੂ। ਡਾਕੂ ਜਦੋਂ ਡਾਕਾ ਮਾਰਨ ਆਉਂਦਾ ਹੈ, ਉਹ ਇਹ ਨਹੀਂ ਵੇਖਦਾ ਘਰ ਦਾ ਮਾਲਕ ਸੁੱਤਾ ਪਿਆ ਕਿ ਜਾਗਦਾ ਕਿਵੇਂ ਹੈ। ਉਹ ਆ ਕੇ ਘਰਦਿਆਂ ਨੂੰ ਕਿਡਨੈਪ ਕਰ ਲੈਂਦਾ ਅਤੇ ਉਹਨਾਂ ਨੂੰ ਕਹਿੰਦਾ ਜੋ ਕੁਝ ਹੈਗਾ ਰੱਖ ਦਿਓ ਇੱਥੇ। ਉਹ ਦਿਨੇ ਵੀ ਆ ਸਕਦਾ, ਡਾਕੂ ਰਾਤ ਨੂੰ ਵੀ ਆ ਸਕਦਾ ਹੈ। ਚੋਰ ਵੀ ਇਸੇ ਤਰ੍ਹਾਂ ਕਰਦਾ ਹੈ। ਜਦੋਂ ਵੇਖਦਾ ਕੋਈ ਨਹੀਂ, ਭਾਵੇਂ ਰਾਤ ਹੈ ਭਾਵੇਂ ਦਿਨ ਹੈ, ਜਦੋਂ ਉਹਨੇ ਵੇਖਿਆ ਕੋਈ ਨਹੀਂ, ਉਦੋਂ ਉਹਨੇ ਚੋਰੀ ਕਰਨੀ ਹੈ। ਡਾਕੂ ਵੀ ਇਸ ਤਰ੍ਹਾਂ, ਚੋਰ ਤਾਂ ਵੇਖਦਾ ਕੋਈ ਨਹੀਂ ਹੈ, ਪਰ ਡਾਕੂ ਜਿਹੜਾ ਉਹ ਭਾਵੇਂ ਹੋਵੇ, ਆਪਾਂ ਵੇਖਦੇ ਹਾਂ ਬੈਂਕ ਲੁੱਟੇ ਜਾਂਦੇ ਨੇ, ਸਾਰੇ ਅੰਦਰ ਹਾਜ਼ਰ ਵੀ ਹੁੰਦੇ ਨੇ, ਫਿਰ ਵੀ ਬੈਂਕ ਲੁੱਟੇ ਜਾਂਦੇ ਨੇ, ਜਾਂ ਹੋਰ ਥਾਵਾਂ 'ਤੇ ਡਾਕਾ ਮਾਰਦੇ ਨੇ ਡਾਕੂ। ਠੱਗ ਉਹ ਕੀ ਕਰਦਾ ਹੈ? ਉਹ ਪਹਿਲਾਂ ਤੁਹਾਨੂੰ ਆਪਣਾ ਬਣਾਵੇਗਾ, ਤੁਹਾਡੇ ਨਾਲ ਆਪਣੱਤ ਬਣਾਵੇਗਾ, ਪਿਆਰ ਬਣਾਵੇਗਾ, ਗੱਲਾਂ ਬੜੀਆਂ ਮਿੱਠੀਆਂ ਕਰੇਗਾ, ਅਤੇ ਤੁਸੀਂ ਆਖੋਗੇ ਸਾਰੇ ਮੇਰੇ ਪਰਿਵਾਰ ਦੇ ਰਿਸ਼ਤੇ ਇੱਕ ਪਾਸੇ, ਅਤੇ ਬੰਦਾ ਹੀ ਮੈਨੂੰ ਹੁਣ ਦੁਨੀਆ 'ਤੇ ਮਿਲਿਆ ਹੈ, ਇਹ ਬੰਦਾ ਮੇਰਾ ਮਿੱਤਰ ਪਿਆਰਾ ਹੈ, ਮੇਰਾ ਅਜੀਜ਼ ਹੈ, ਇਹ ਤਾਂ ਮੇਰੇ ਵਾਸਤੇ ਆਪਣੀ ਜਾਨ ਵੀ ਵਾਰ ਦੇਵੇਗਾ। ਉਹ ਠੱਗ ਇੰਨੀਆਂ ਪਿਆਰ ਦੀਆਂ ਗੱਲਾਂ ਕਰ ਕਰਕੇ, ਆਪਾਂ ਵੇਖਦੇ ਹਾਂ ਕਈ ਘਰਾਂ ਦੇ ਵਿੱਚ ਨੌਕਰ ਰੱਖੇ,
वो बड़ा प्यार बन गया परिवार की तरह ही। बाद विच वो लुट के मार के ते घर लै जाते हैं। तो उत्थे फिर की कहते हैं भी असीं तां ठगे गए जी, सानू तां पता ही नहीं सी। परिवार विच रह करके अपनत दे करके लुट के लै गया सारा कुछ, उहनूं गया ठग, तुहानूं अपना बना के। इसे तरह वो जिहड़े बनारस दे बड़े बड़े विद्वान पंडित, उन्होंने राह पकड़ लिया। बस बड़िया बड़िया ज्ञान दीयां गल्लां सुनानियां, वेदां दे मंत्र सिमरतियां दीयां सुरतियां सुनाउणियां, ते जिहड़ा सुने वो बड़ा हैरान हो जावे। ऐसियां ऐसियां गल्लां सुनानियां ते लोकां ने अपना धन सारा कुछ दे देना, ते बाद विच पता लगदा भी असीं तां लुटे गए हाँ, सानू तां एवें ही इत्थे मत्था मारदे रहे तां सारा कुछ साडा लुट के लै गया है। तो भगत कबीर साहब जी इत्थे सानू सुचेत करदे ने। आसा की वार की कथा हुणे समाप्त हुई है। उहदे विच भी महाराज ने आख्या है, अंदरों झूठे पैज बार दुनिया अंदर फैल, 68 तीरथ जे नावै उतरै नाई मैल। अंदरों झूठे ने, बाहरों बड़ा पखंड रचिया होया है। पर लोकां दी जिहड़ी मानसिक अवस्था है वो भी इत्थे ही टिकी है। आपां वेखीए, आपां नूं कोई गुरबाणी दी निरोल कथा सुणावे, आपां उहनूं किन्ना क धन देवांगे, किन्ना क सत्कार करांगे। कई ते लड़ पैंदे ने ग्रंथी ਸਿੰਘਾਂ नाल, भावें ग्रंथी किन्नी वधिया कथा करके सुनावे, कुछ भी करके सुनावे, पर जिहने अपना डेरा बनाया वो कहेगा तुहाडा मैं यह कर देना वा, तुसीं आ गए हुण तुहाडे सारे दुख कट्टे जाने ने। 4 इधर दियां 4 उधर दियां मारियां, ते लोग बड़ा बड़ा धन उन्होंने देंदे ने, कोई शिकायत भी नहीं। इत्थे अगले मिनट में शिकायत कर देंदे ने। तो भगत कबीर साहब कहते ऐसे लोगों तो बचो, क्योंकि जिथे वो तुहाडे धन नूं लुट के लै चलिया, उत्थे तुहाडे धर्म नूं भी लुट के लै चलिया है। धन लुट के लै गया, आपां कहांगे साडा धन तां गया ही, पर जे धार्मिक बंदा इस तरह का हुंदा फिर असीं नहीं धार्मिक बनना। भी इदां दे धार्मिक बंदे हुंदे ने, इदां दे संत हुंदे ने, इदां दे हुंदे ने, फिर कहंदा नहीं मैं भी हुण धार्मिक नहीं बनना। बहुत सारे अक्सर जिहड़े साडी हुण नवीं पीढ़ी है वो धर्म वल्लों हटदी जा रही, कारण कि जिहड़े ठग लोग सन धर्म दे विच काबज होए, भावें वो किसे रूप विच सन, भावें वो प्रबंधकी रूप दे विच सन, ते भावें वो संत रूप दे विच सन, भावें प्रचारक रूप दे विच सन। ऐसा नहीं भी सारे ग्रंथी भी चंगे ने जां प्रचारक, सारियां विच ही रला मिला है। वो तो आपां नूं देखना परखना चाहिए है। आपां बाजार जाते हैं, सब्जी भी लैनी होवे ना 10-20 दी, तो वह भी चंगी तरह वेखते हैं, परख करते हैं ना। तो इस पासे आपां परख ही नहीं करते भी ये बंदा किस तरह का, इन्ने साल हो गए, इन्ना समा हो गया है। हालांकि कई बार आपां नूं पता हुंदा, आपां फिर भी उहदे नाल संबंध जोड़ी रखते हैं। तो ऐसा बंदा जिहड़ा है वो बड़ा खतरनाक है। महाराज बाणी विच कहंदे वो तुहानूं लै डुबेगा। ऐसे बंदे तो बच के रहो। अजे होर किसे दा वार कीता होया बंदा बच सकदा है, पर पखंडी बंदे दे वार तो बचना बड़ा औखा है। तो भगत कबीर साहब जी इत्थे जिक्र कर रहे ने, गज साढ़े तै तै धोतियाँ तेरे पायन तग, 3-3 धोतियाँ रखियाँ ने 3.5 गज दियाँ, कि महापुरुष जी केशी इशनान करते ने, यह चोला इस समय पाते ने, यह चोला उस समय पाते ने, बंदगी करन लग्या ये चोला पाते ने, बड़ी सुचमता रखते ने।
ਤੇਰੇ ਪਾਇਨ ਧੱਗ ਤਿਨੋਂ ਦਾ 3 ਧਾਗੇ ਪਾਏ ਹੋਏ ਨੇ। ਇੱਦਾਂ ਕਹਿ ਲਈਏ ਆਪਾਂ, ਇੱਕ ਉੱਤੋਂ ਦੀ ਕਿਰਪਾਨ ਪਾਈ ਹੈ ਨਾ, ਇੱਕ ਥੱਲਿਓਂ ਕੋਈ ਡੋਰੀ ਵਾਲੀ ਪਾ ਲਵੇ, ਇੱਕ ਕੋਈ ਕੇਸਾਂ ਵਿੱਚ ਲਾ ਲਵੇ, ਆਪਾਂ ਕਹਾਂਗੇ ਇਹ ਤਾਂ ਪੂਰਨ ਗੁਰਮੁਖ ਹੈ, ਕਿਉਂਕਿ ਇਹਨੇ ਕਿਰਪਾਨਾਂ 3 ਪਾਈਆਂ ਹੋਈਆਂ ਨੇ। ਬਾਣਾ ਉਸ ਤਰ੍ਹਾਂ ਦਾ ਬਾਣਾ ਜ਼ਰੂਰ ਹੈ, ਗੁਰੂ ਦੇ ਦਿੱਤੇ ਹੋਏ ਕਕਾਰ ਜ਼ਰੂਰੀ ਨੇ, ਪਰ ਜੇ ਆਪਾਂ ਉਹਨੂੰ ਪ੍ਰਪੰਚ ਵਿੱਚ ਵਰਤਣ ਲੱਗ ਜਾਈਏ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਵਗ, ਗਲਾਂ ਵਿੱਚ ਜਿਨ੍ਹਾਂ ਦੇ ਮਾਲਾ ਪਾਈਆਂ ਹੋਈਆਂ ਨੇ। ਹਾਲਾਂਕਿ ਮਾਲਾ ਦਾ ਕੰਮ ਹੱਥ ਵਿੱਚ ਹੈ, ਸਾਡੀਆਂ ਉਂਗਲਾਂ ਦੇ ਵਿੱਚ ਮਾਲਾ ਫਿਰਨੀ ਚਾਹੀਦੀ ਹੈ, ਪਰ ਗੁਰਬਾਣੀ ਤਾਂ ਸਾਨੂੰ ਇਹ ਵੀ ਕਹਿੰਦੀ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦਿ ਸਗਲ ਭਗਤਾਂ ਕੋ ਸੁਖ ਵਿਸਰਾਮ। ਮੇਰੀ ਰਸਨਾ ਹੀ ਮੇਰੀ ਮਾਲਾ ਹੈ। ਸਾਨੂੰ ਵੀ ਇਹੀ ਮਾਲਾ ਦਿੱਤੀ ਮਹਾਰਾਜ ਨੇ। ਵਾਹਿਗੁਰੂ ਦਾ ਨਾਮ ਜਪਣਾ ਵਾਰ-ਵਾਰ ਆਪਣੇ ਸਵਾਸਾਂ ਦੀ ਮਾਲਾ ਦੇ ਨਾਲ ਜਪੀ ਚਲੋ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗਲਾਂ ਦੇ ਵਿੱਚ ਮਾਲਾ ਪਾ ਲਈਆਂ, ਹੱਥਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਲੋਟੇ ਪਕੜੇ ਹੋਏ ਨੇ, ਗੜਵਾ ਜਿਹਾ ਗੋਲ ਬੜਾ ਲਿਸ਼ਕਿਆ ਹੋਇਆ, ਕਿਉਂਕਿ ਇਹ ਕੋਈ ਸਮਾਂ ਚੱਲਿਆ ਸੀ, ਹੁਣ ਤੇ ਘੱਟ ਹੁਣ ਦਿਖਾਈ ਦੇਣਗੇ, ਨਹੀਂ ਤੇ ਆਮ ਜਿਹੜਾ ਕੋਈ ਸੰਤ ਬਣਦਾ ਸੀ ਨਾ, ਭਾਵ ਜਿਹੜਾ ਬਾਣਾ ਪਾ ਲੈਂਦਾ ਸੀ ਮੈਂ ਸੰਤ ਬਣ ਗਿਆ ਹਾਂ, ਉਹ 2-4 ਨਾਲ ਬੰਦੇ ਲੈ ਲੈਣੇ ਤੇ ਇੱਕ ਵੱਡਾ ਸਾਰਾ ਇਹ ਚੀਜ਼ਾਂ ਜ਼ਰੂਰੀ ਵੇਖਣੀਆਂ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ। ਇੱਕ ਵੱਡਾ ਸਾਰਾ ਗੜਵਾ, ਮਾਲਾ ਗਲ ਵਿੱਚ ਪਾਈਆਂ ਹੋਣੀਆਂ, ਰੰਗ ਬਰੰਗੇ ਚੋਲੇ ਪਾਏ ਹੋਣੇ, ਤੇ ਇਹ ਸਾਰੀਆਂ ਨਿਸ਼ਾਨੀਆਂ ਸਰੀਰ 'ਤੇ ਧਾਰਨ ਕਰ ਲੈਣੀਆਂ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਵਗ, ਨਿਵਗ ਭਾਵ ਬੜੇ ਚਮਕਦੇ ਹੋਏ। ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਭਗਤ ਕਬੀਰ ਸਾਹਿਬ ਕਹਿੰਦੇ, ਇਹਨਾਂ ਦੇ ਬਾਣੇ ਵੱਲ ਵੇਖ ਕੇ ਨਾ ਜਾਓ ਜੇ ਵੀ ਇਹ ਸੰਤ ਨੇ, ਇਹ ਵਾਹਿਗੁਰੂ ਪਰਮਾਤਮਾ ਦੇ ਸੰਤ ਨਹੀਂ, ਇਹ ਤਾਂ ਬਨਾਰਸ ਦੇ ਠੱਗ ਨੇ, ਜਿਹੜੇ ਤੁਹਾਨੂੰ ਬਾਣਾ ਪਾ ਕੇ ਲੁੱਟ ਲੈਣਗੇ, ਧਰਮ ਦਾ ਬਾਣਾ ਪਾ ਕੇ ਲੁੱਟ ਲੈਣਗੇ। ਜਿਹੜੀਆਂ ਕੁਰੀਤੀਆਂ ਤੋਂ ਆਪਾਂ ਨੂੰ ਮਹਾਰਾਜ ਨੇ ਬਚਾਇਆ ਸੀ, ਆਪਾਂ ਉਹੀ ਪੁਜਾਰੀਵਾਦ ਦੇ ਵਿੱਚ ਚਲੇ ਗਏ ਹਾਂ। ਵੇਖੋ, ਗੁਰਬਾਣੀ ਦਾ ਬੜਾ ਦੁਰਉਪਯੋਗ ਹੁੰਦਾ ਹੈ ਕਿ ਉਹਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਜਿਵੇਂ ਵੇਖਦਾ ਕੋਈ ਚੱਲੀ ਜਾਂਦਾ ਹੈ। ਕਿਸੇ ਪਾਸੇ ਤੁਸੀਂ ਵੇਖੋ ਕੋਈ ਮਰਿਆਦਾ ਨਾਮ ਦੀ ਚੀਜ਼ ਨਹੀਂ ਰਹਿ ਗਈ। ਬਸ ਜਿਹੜਾ ਵੇਖਦਾ ਉਹ ਕਹਿੰਦਾ ਇੱਦਾਂ ਗੁਰਬਾਣੀ ਪੜ੍ਹੋ, ਇੱਦਾਂ ਪੜ੍ਹਾਓ, ਤੁਹਾਡੇ ਇਹ ਕਾਰਜ ਹੋ ਜਾਣਗੇ। ਅਸਲ ਵਿੱਚ ਉਹਦੇ ਵਿੱਚ ਇੰਨਾ ਪ੍ਰਬੰਚ ਕਰਨ ਦਾ ਕੀ ਭਾਵ ਹੈ ਕਿ ਪੈਸਾ ਲੈਣਾ ਹੈ। ਜਿਵੇਂ ਰੋਟੀ ਤੁਸੀਂ ਘਰ ਵਿੱਚ ਜਾਂ ਕਿਤੇ ਵੀ ਸਿੰਪਲ ਵੀ ਖਾ ਸਕਦੇ ਹੋ, ਪਰ ਕੋਈ ਤੁਹਾਨੂੰ ਪਰੌਂਠੇ ਬਣਾ ਕੇ ਦੇਵੇ ਵਧੀਆ ਤਰ੍ਹਾਂ ਤਲ ਕੇ, ਹੈ ਤਾਂ ਰੋਟੀ, ਮੇਨ ਗੱਲ ਤਾਂ ਮਕਸਦ ਤਾਂ ਭੁੱਖ ਮਿਟਾਉਣ ਤੱਕ ਹੈ, ਪਰ ਆਪਾਂ ਕਹਾਂਗੇ ਨਹੀਂ ਉਹ ਬਹੁਤ ਵਧੀਆ ਉੱਥੇ ਪਰੌਂਠੇ ਬਣੇ ਸੀ। ਅਸਲ ਵਿੱਚ ਉਹਦਾ ਤਾਤਪਰ ਜੀ ਵੀ ਰੋਟੀ ਦੇ ਪੈਸੇ ਘੱਟ ਨੇ, ਪਰੌਂਠਿਆਂ ਦੇ ਜ਼ਿਆਦਾ ਨੇ, ਮਹਿੰਗੇ ਨੇ। ਹੈ ਤਾਂ ਗੱਲ ਤਾਂ ਰੋਟੀ ਦੀ ਭੁੱਖ ਮਿਟਾਉਣ ਤੱਕ ਸੀ। ਬਿਲਕੁਲ ਇਸੇ ਤਰ੍ਹਾਂ ਬਾਣੀ ਪੜ੍ਹਨ ਨਾਲ ਹੀ ਸਾਡੇ ਦੁੱਖ ਕੱਟੇ ਜਾਣੇ ਨੇ, ਪਰ ਉਹ ਪਰੋਸਿਆ ਗਿਆ ਇਸ ਤਰ੍ਹਾਂ ਵੀ ਇੱਦਾਂ ਇੱਥੇ ਤੁਸੀਂ ਅਖੰਡ ਪਾਠ ਕਰਾਓਗੇ ਤੁਹਾਡਾ ਇਹ ਦੁੱਖ ਕੱਟਿਆ ਜਾਵੇਗਾ, ਉੱਥੇ ਜੀ ਇਹ ਹੋਵੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਨਹੀਂ, ਇਹ ਤਾਂ ਬਨਾਰਸ ਦੇ ਠੱਗ ਨੇ, ਕਿਉਂਕਿ ਬਨਾਰਸ ਦੇ ਲੋਕ ਧਾਰਮਿਕ ਕਦੇ ਕਿਸੇ ਸਮੇਂ, ਜਿਸ ਸਮੇਂ ਭੋਲੇਨਾਥ ਸ਼ਿਵ ਜੀ ਨੇ ਸ਼ਹਿਰ ਵਸਾਇਆ ਸੀ ਨਾ, ਤੇ ਇੱਥੇ ਬੜੇ ਗੁਣੀ ਜਨ ਲੋਕ, ਸਾਧੂ ਮਹਾਤਮਾ ਬੜੀ ਸਾਧਨਾ ਵਾਲੇ ਸਨ, ਪਰ ਉਹ ਸਮਾਂ ਐਸਾ ਆ ਗਿਆ ਕਿ ਉੱਥੇ ਸਾਰੇ ਧਰਮ ਦੇ ਨਾਂ 'ਤੇ ਠੱਗੀ ਹੋਣ ਲੱਗ ਪਈ। ਤੇ ਉਹ ਫਿਰ ਸੰਤ ਤਾਂ ਉੱਥੋਂ ਦੇ ਮਸ਼ਹੂਰ ਨਹੀਂ ਹੋਏ, ਪਰ ਉੱਥੋਂ ਦੇ ਠੱਗ ਮਸ਼ਹੂਰ ਹੋ ਗਏ।
ऐसे संत न मोको भावै, डाला स्यों पेडा गटकावै। भगत कबीर साहब जी कहते इस तरह के संत सानू नहीं भाउंदे। डाला स्यों पेडा गटकावै, डालियां दे समेत सारा दरख्त ही खा जाते ने। डालियां की ने? मनुख दे कोल धन पदारथ, जमीन, घर, ये मनुख दे धन नूं तां खांदे ने, बंदे दी जमीर नूं भी खा जाते ने, साबत बंदे नूं भी खा जाते ने। डाला स्यों पेडा गटकावै, डालियां धन पदार्थ इत्यादि जो भी परिवार है, परिवारां दे परिवार खत्म कर दिते। कई डेरेदारां दे आपां सुनदे आ ना प्रसंग, ये तो अंदर जाके पता लगता भी की कुछ हो रहा है। कई परिवारां ने इन्ना विश्वास किया भी सानू तो रब ही मिल गया है, पर उन्होंने ऐसा अपने जाल विच फसाया। परिवारां दे परिवार, उन्हां दे धन, उन्हां दे बच्चों की पढ़ाई तालीम, और ये नहीं भी अनपढ़ बंदे बड़े बड़े जिन्हों ने PhD की, पढ़े हुए लोग इन्हां दे चुंगल विच फस गए। तो भगत कबीर साहब जी कहते ऐसे ये लोग ने समेत डालियां दे दरख्त नूं खा जाते हैं। भाव उस बंदे नूं तां खाधा ही खाधा, उहदा परिवार, धीआं पुत्तर दूर तक उहदे परिवार दे मार करते हैं। जिवें एक बंदा इन्हां दे चुंगल विच फस गया, वो अपने 4 रिश्तेदारां नूं भी दसेगा भी तुसीं उत्थे आओ, वो महापुरुष तुहाडे बच्चे का भी विआह करा देणगे। साडे बच्चे का उत्थों होया, साडे बच्चे नूं उत्थों बच्चा मिलिया, उत्थों ये काम होया, तुसीं भी उत्थे चलो। वो इस तरह सारे जिन्ना कुटुंब होवेगा सारिਆਂ ਨੂੰ उत्थे लै आवेगा ते सारिਆਂ दी आर्थिक तौर पर लुट होवेगी। इस तरह ऐसे लोग कि ये सारे दे सारे मनुख नूं खा जाण वाले ने। रहाओ बासण मांज चरावै, ऊपर काठी धोए जलावै। ते कम इन्हां दा व्यवहार वेखो, जदों ये आउंदे ने किते जां अपने घरां विच भी लोकां नूं दिखावा करके दिखांदे ने। भांडे बड़े मांज के चंगी तरह ऐन लिशका के, ते जिहड़ियां लकड़ां नाल अग बालदे ने ਉਹ ਲੱਕੜਾਂ भी धो के सुकाते ने। पहला बासन मांज चरावै, ऊपर काठी धोए जलावै। काठी काठ लक्कड़ ਉਹਨੂੰ भी धो के साड़ते ने, जलाते ने, अग बालते ने। ਉਹਦੇ ਨਾਲ जूठियां लकड़ां नाल अग नहीं बालनी। अपने विच भी ये बड़ा कुछ हुंदा है, जद कि सानू तां गुरबाणी विच कह दिता। आपां कहने आ सुच्चा दुੱਧ महाराज नूं भोग लवाना, कहने आ ना। धन गुरु ग्रंथ साहिब महाराज जी बाणी कहती है, दूध तां बछरै थना बिटारियो। बई दुੱਧ तां तुसीं कहंदे सुच्चा, ये तां पहलां गां दे बच्चे ने जूठा कीता है, सुच्चा किवें हो गया दसो। जे आपां गुरु ग्रंथ साहिब नाल गल्लां करीए महाराज तुहाडे वास्ते सुच्चा दुੱਧ लैके आए हैं, तो महाराज अगे कह देण सानू कोई जवाब नहीं आवेगा। महाराज कहते दुੱਧ पहलां बच्चे ने जूठा कीता, तुसीं कहंदे हो सच्चा दुੱਧ, सुच्चा दुੱਧ लैके आए हैं। दूध तां बछरै थनै बिटारियो, फूल भंवर जल मीन बिगारियो। फिर आपां फुल्लां दी वरखा करते हाँ, फुੱਲ भेटा करते हाँ महाराज नूं। करो कोई इहदे विच ओह गल नहीं, पर जे तुसीं कहो फुੱਲ सुच्चे ने, दुੱਧ दा भोग लवाओ, कोई गल नहीं। पर जे तुसीं कहो दुੱਧ सुच्चा है, गल गलत है। हाँ, दुੱਧ वैसे लिया के गुरुद्वारे लंगर च पाओ, सेवा करो, कोई गल नहीं। महाराज कोल अरदास करो, फुੱਲ लिया के भेटा करो महाराज, ते फुੱਲਾਂ की वरखा करो, सेवा करो, कोई गल नहीं। पर जे कोई ये सुच्चे ने, फिर ये गुरबाणी कहती है गल गलत है। फुੱਲਾਂ ਨੂੰ ਭਵਰੇ ने जूठा किया। मक्खियां जड़ियां मधु मक्खियां जां भवरे ने फुੱਲਾਂ ते बहिंदे ने, अपनी क्रिया करते हैं। वो सारी फूल भवर जल मीन बिगारियो, तो आपां कहंदे सुच्चा जल लैके आओ। महाराज बाणी विच कहंदे ने भी जिहड़ा जल है, मच्छी सारा काम उहदे विच ही करदी, खाना पीना जो उहने लैटरिंग करनी सारा कुछ उहदे विच ही हो रहा है। पानी में जिन्ने भी जीव ने वो सारा कुछ उन्हां दा विच ही हो रहा, किहड़ा बाहर आउंदे ने किते। फूल भवर जल मीन बिगारियो,
ਫੁੱਲਾਂ ਨੂੰ ਭਵਰੇ ਨੇ ਝੂਠਾ ਕੀਤਾ ਤੇ ਜਲ ਨੂੰ ਮੱਛੀ ਨੇ, ਮੱਛੀ ਆਦਿ ਜਿੰਨੇ ਜੀਵ ਨੇ। ਤੇ ਫਿਰ ਸੁੱਚਾ ਕਿਵੇਂ ਹੋ ਗਿਆ? ਆਪਣੇ ਵਿੱਚ ਵੀ ਇਹ ਭਰਮ ਪਾ ਦਿੱਤਾ ਗਿਆ। ਤੇ ਅਸੀਂ ਵੀ ਐਸੇ ਹਾਂ, ਸਾਨੂੰ ਨਾ ਤਾਂ ਕੋਈ, ਅਸੀਂ ਆਪ ਗੁਰਬਾਣੀ ਪੜ੍ਹੀ ਨਹੀਂ, ਨਾ ਸਾਨੂੰ ਕੋਈ ਦੱਸਣ ਵਾਲੇ। ਕੋਈ ਸਾਡੇ ਗ੍ਰੰਥੀ ਗੁਰੂ ਘਰਾਂ ਦੇ ਵਿੱਚ ਉਹ ਵੀ 1500 ਵਾਲੇ ਨੇ, ਉਹ ਵੀ ਉੱਥੇ ਕੋਈ ਖਾਨਾ ਪੂਰਤੀ ਕਰੀ ਜਾਂਦੇ ਨੇ ਵੀ ਸਾਨੂੰ ਇਹ ਗਿਆਨ ਦੀ ਗੱਲ, ਜਿਹੜਾ ਵਿੱਚ ਗਿਆਨ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ, ਉਹ ਨਹੀਂ ਸਮਝ ਆਇਆ। ਇਸੇ ਕਰਕੇ ਸਾਡੇ ਕੋਲ ਕੋਈ ਆ ਕੇ ਪਖੰਡ ਕਰੇ, ਆਪਾਂ ਕਹਿਣਾ ਹਾਂ ਇਹ ਬਾਬਾ ਬੜਾ ਪਹੁੰਚਿਆ ਹੋਇਆ ਹੈ, ਬਸ ਇਹ ਬਾਬੇ 'ਤੇ ਲਟਾ ਦਿਓ ਧਨ, ਜੋ ਕੁਝ ਹੈ ਦੇ ਦੇ ਇਹਨੂੰ, ਬਸ ਇਹ ਬਾਬਾ ਸਹੀ ਹੈ। ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਗੱਲਾਂ ਦਾ ਵਿਰੋਧ ਕੀਤਾ, ਮਹਾਰਾਜ ਨੇ ਖੰਡਨ ਕੀਤਾ, ਆਪਾਂ ਉਹਨਾਂ ਨੂੰ ਮੰਨੀ ਜਾਂਦੇ ਹਾਂ। ਜਿਹਨਾਂ ਗੱਲਾਂ ਤੋਂ ਮਹਾਰਾਜ ਨੇ ਰੋਕਿਆ ਆਪਾਂ ਉਹੀ ਕਰੀ ਜਾਂਦੇ ਹਾਂ। ਫੂਲ ਭਵਰ ਜਲ ਮੀਨ ਵਿਗਾੜਿਓ। ਤੇ ਇਹ ਲੋਕ ਲੱਕੜਾਂ ਵੀ ਧੋ ਕੇ ਅੱਗ ਬਾਲਦੇ ਨੇ। ਇੱਕ ਵਾਰੀ ਕਰਤਾਰਪੁਰ ਧਰਤੀ, ਗੁਰੂ ਨਾਨਕ ਦੇਵ ਮਹਾਰਾਜ ਜੀ, ਪਾਕਿਸਤਾਨ ਦੀ ਜਿਹੜੀ ਧਰਤੀ ਹੈ, ਉੱਥੇ ਇੱਕ ਪੰਡਤ ਆ ਗਿਆ ਮਹਾਰਾਜ ਜੀ ਨੂੰ ਮਿਲਣ ਵਾਸਤੇ, ਕਰਮਕਾਂਡੀ ਬ੍ਰਾਹਮਣ ਸਾਧੂ। ਉਹ ਕਹਿੰਦਾ ਮਹਾਰਾਜ ਵੀ ਬਚਨ ਸੁਣੇ, ਮਹਾਰਾਜ ਨਾਲ ਵਾਰਤਾਲਾਪ ਕੀਤੀ ਤੇ ਲੰਗਰ ਦਾ ਟਾਈਮ ਹੋ ਗਿਆ। ਮਹਾਰਾਜ ਕਹਿੰਦੇ ਭਾਈ ਲੰਗਰ ਛਕ ਲੈ ਜਾ ਕੇ। ਕਹਿਣ ਲੱਗਾ ਮਹਾਰਾਜ ਮੈਨੂੰ ਸੁੱਕਾ ਸਿੱਧਾ ਦੇ ਦਿਓ, ਮੈਂ ਤੇ ਲੰਗਰ ਆਪਣਾ ਬਣਾਉਣਾ ਮਰਿਆਦਾ ਨਾਲ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਲੈ ਲੈ ਲੰਗਰ, ਰਖਸਤ ਲੈ ਲੈ। ਜਾ ਕੇ ਉਹਨੇ, ਉਹ ਕੀ ਕਰਦਾ ਸੀ, ਸਵਾ ਹੱਥ ਡੂੰਘੀ ਧਰਤੀ ਪੁੱਟ ਕੇ ਵੇਖ ਲੈਂਦਾ ਸੀ ਇਹਦੇ ਥੱਲੇ ਕੁਝ ਮਾੜੀ ਚੀਜ਼ ਤੇ ਨਹੀਂ। ਫਿਰ ਪੋਚਾ ਦੇ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਲੱਕੜਾਂ ਲੁਕੜਾਂ ਧੋ ਕੇ ਜਿਵੇਂ ਵੀ ਸਾਰਾ ਕਰਦਾ ਸੀ। ਉੱਥੇ ਕੌਤਕ ਐਸਾ ਵਰਤ ਗਿਆ, ਉਹ ਜਿੱਥੇ ਵੀ ਧਰਤੀ ਪੁੱਟਦਾ ਥੱਲੋਂ ਕੁਝ ਨਾ ਕੁਝ ਚੀਜ਼ ਨਿਕਲ ਆਉਂਦੀ ਹੈ। ਇਹ ਜਿਹੜੀ ਧਰਤੀ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ, ਜਿੱਥੇ ਸਾਰੀ ਧਰਤੀ ਵਿੱਚ ਕਿੰਨੇ ਕੁ ਪਸ਼ੂ ਮਰੇ ਨੇ, ਕਿੰਨੇ ਕੁ ਪੰਛੀ ਜਾਨਵਰ, ਕਿੰਨੇ ਕੁ ਬੰਦੇ, ਕਿੰਨੀਆਂ ਕੁ ਜਿਹੜੀਆਂ ਨੇ ਲਵਾਰਸ ਲੋਥਾਂ ਧਰਤੀ ਵਿੱਚ ਗਰਕ ਹੋਈਆਂ ਨੇ, ਕਿੰਨੇ ਕੁ ਪਤਾ ਨਹੀਂ ਕੀ ਕੁਝ ਦੱਬਿਆ ਪਿਆ ਹੈ। ਤੇ ਉਹ ਕਹਿੰਦਾ ਜੀ ਧਰਤੀ ਮੈਂ ਜਦੋਂ ਕਈ ਥਾਵਾਂ 'ਤੇ ਵੇਖਿਆ, ਕਰਦਿਆਂ ਕਰਦਿਆਂ ਸ਼ਾਮ ਪੈ ਗਈ। ਜਿੱਥੇ ਵੀ ਪੁੱਟਦਾ ਹੈ ਟਾਈਮ ਲੱਗਦਾ, ਧਰਤੀ ਨੂੰ ਪੁੱਟਣਾ ਹੈ, ਫਿਰ ਚੈੱਕ ਕਰਨਾ, ਦੇਖਦਿਆਂ ਦੇਖਦਿਆਂ ਉੱਧਰੋਂ ਭੁੱਖ ਲੱਗ ਗਈ। ਹੁਣ ਕੰਮ ਕਰਦੇ ਬੰਦੇ ਨੂੰ ਭੁੱਖ ਜ਼ਿਆਦਾ ਲੱਗਦੀ ਹੈ। ਭੁੱਖ ਨੇ ਬੜਾ ਸਤਾਇਆ, ਬੇਹਾਲ ਹੋ ਗਿਆ। ਤੇ ਗੁਰਸਿੱਖ ਆਏ, ਮਹਾਰਾਜ ਜੀ ਨੇ ਭੇਜਿਆ ਜਾਓ। ਸਿੱਖਾਂ ਨੇ ਫਿਰ ਆਖਿਆ ਭਾਈ ਲੰਗਰ ਛਕ ਲੈ, ਮਹਾਰਾਜ ਨੇ ਆਖਿਆ ਹੈ। ਫਿਰ ਚੁੱਪ ਦੇ ਨਹੀਂ ਜਾ ਕੇ ਲੰਗਰ ਛਕ ਲਿਆ। ਤੇ ਮਹਾਰਾਜ ਕਹਿੰਦੇ ਹੁਣ ਦੱਸ। ਕਹਿੰਦਾ ਜੀ ਭੁੱਖ ਬੜੀ ਲੱਗ ਗਈ ਸੀ। ਮਹਾਰਾਜ ਕਹਿੰਦੇ ਭਲਿਆ ਜੇ ਤੂੰ ਇਸ ਤਰ੍ਹਾਂ ਦੇਖੇਗਾ ਤੈਨੂੰ ਕੋਈ ਸੁੱਚੀ ਥਾਂ ਨਹੀਂ ਮਿਲੇਗੀ। ਸਭ ਨਾਲੋਂ ਗੰਦੀ ਚੀਜ਼ ਮਨੁੱਖ ਦਾ ਤਨ ਹੈ। ਆਪਣਾ ਜਿਹੜਾ ਤਨ, ਜਿਹਨੂੰ ਆਪਾਂ ਸੁੱਚਾ ਕਹਿੰਦੇ ਆ ਨਾ, ਇਹ ਤਨ ਬਾਰੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ। ਕਦੀ ਇਹਨੂੰ ਫਰੋਲ ਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਇਹ ਤਨ ਹੈ ਕੀ। ਤੇ ਇਸ ਤਨ ਨੂੰ ਹੀ ਇਸ਼ਨਾਨ ਕਰਾ ਕੇ ਦਾ ਤਨ ਸੁੱਚਾ ਹੋ ਗਿਆ। ਮਹਾਰਾਜ ਕਹਿੰਦੇ ਤਨ ਕੈਸਾ ਹੈ। ਅੰਨ ਦੇਵਤਾ, ਆਪਾਂ ਅੰਨ ਦੇਵਤੇ ਨੂੰ ਨਮਸਕਾਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਸੋਹਣੇ ਲੱਗਦੇ ਨੇ। ਬਰਤਨਾਂ ਵਿੱਚ ਪਏ ਹੋਣ ਨਾ, ਪਾਣੀ, ਘਿਓ, ਸਾਰੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ। ਪਰ ਮਹਾਰਾਜ ਆਸਾ ਕੀ ਵਾਰ ਦੇ ਵਿੱਚ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਇਹਨਾਂ ਪੰਜਾਂ ਨੂੰ ਮਿਲਾ ਕੇ ਭੋਜਨ ਤਿਆਰ ਕੀਤਾ। ਬੜੀ ਸੋਹਣੀ ਖੁਸ਼ਬੂ ਆਉਣ ਲੱਗ ਪਈ ਰਸੋਈ ਦੇ ਵਿੱਚੋਂ। ਪਰ ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਇਸ ਪਾਪੀ ਤਨ ਨਾਲ ਲੱਗ ਕੇ ਉਹ ਜਿਹੜੇ ਬੜੇ ਸੋਹਣੇ ਲੱਗ ਰਹੇ ਸੀ, ਜਿਨ੍ਹਾਂ ਵਿੱਚੋਂ ਬੜੀ ਸੋਹਣੀ ਖੁਸ਼ਬੂ ਆ ਰਹੀ ਸੀ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਉਹ ਗੰਦੇ ਹੋ ਗਏ, ਵਿਸ਼ਟਾ ਬਣ ਗਈ। ਔਰ ਲੋਕ ਉਹਨੂੰ ਵੇਖ ਕੇ ਥੁੱਕਦੇ ਨੇ। ਇਹ ਜਿਸ ਤਨ ਦਾ ਲੋਕ ਬੜਾ ਮਾਣ ਕਰਦੇ ਨੇ, ਤੋ ਐਸਾ ਇਹ ਤਨ ਅਪਵਿੱਤਰ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਸਦਾ ਖੋਦ ਕਰੈ ਦੋਏ ਚੂਲੇ, ਸਾਰੇ ਮਾਣ ਸਿਖਾਵੈ। ਧਰਤੀ ਨੂੰ ਖੋਦ ਕੇ ਚੁੱਲ੍ਹੇ ਬਣਾਉਂਦੇ ਨੇ।
पर इन्नी मर्यादा रख के मनुखा का लहू पींदे ने, धार्मिक तौर पर आर्थिक तौर पर उन्होंने लुट लेंदे ने। ओए पापी सदा फिरे अपराधी, मुखों अपरस कहावे। है तो पापी, अपराध करते हैं, पर मुखों कहते ने असी तो अपरस हाँ। अपरस जिन्हों कोई चीज स्पर्श ना करे, कहते असी वो तो किसी का हथ भी लग जाए, कहते कपड़े अपवित्र हो गए ने, धो के पाने ने। जिहड़ा अपरस मनुख है उसकी निशानी दसी गुरु अर्जन देव महाराज जी ने। उर धार है जो अंतर नाम, सर्व मैं भेख है भगवान निमक निमक ठाकर नमस्कार है। नानक ओ अपरस सगल निस्तार है। इनू अपरस नहीं कहना, अपरस। अपरस जिन्हों कोई चीज़ स्पर्श ना करती होवे, कोई चीज़, वो महाराज ने दस्या मिथ्या ना ही रसना परस। तेनों कोई हथ लावे तो आखे मैं पवित्र हो गया हाँ, महाराज कहते नहीं, तेरी रसना झूठ नाल स्पर्श ना करे। इस तरह करना सुने काहू की निंदा, सब ते जान आपस को मंदा। पर महाराज कहते ये ओए अपर पापी सदा फिरे अपराधी, मुखों अपरस कहावे। सदा सदा फिरे अभिमानी, सगल कुटुंब डुबावे। ऐसे अंदर अभिमान नाल भरे हुए बे असी बड़ी सुचमता नाल बड़े पवित्रता रखते हाँ, हंकार नाल भरे हुए आप तो डुबदे ने, अपने परिवार नूं कुटुंब नूं भी लै डुबदे ने। जित को लाया तिति लागा, तैसे कर्म कमावै। वाहिगुरु परमात्मा ने जिस तरह का किसी का पिछला जीवन सी, कर्म सी, उस तरह उन्होंने ला छड्या। जे कोई पखंड कर रहा है तो पिछला इहदा जीवन, पिछले कर्म इस तरह के ने। महाराज भगत कबीर साहब जी कहते तो जे कोई गुरमुख बिरती वाला है, पखंड नहीं करता, उन्होंने उस पासे रब ने लाया होया है। जित को लाया तिति लागा, तैसे कर्म कमावे। तो अगों भी उस तरह के कर्म कर रहे है। कहो कबीर जी सतगुर भेट है, पुनर्व जन्म ना आवे। भगत कबीर कहते जिन्होंने पूरा सतगुरु मिल गया, वो मुड़ के आवागमन विच नहीं पैंदा, जम्मण मरण के चक्कर विच नहीं पैंदा, क्योंकि वो सच के मार्ग ते चल के परमात्मा की भगती करता है। सतगुरु मेहरामत करन, अमृत बचना नूं कमा सकीए। होईयां भुल्लां दी खिमा जी। वाहिगुरू जी का खालसा, वाहिगुरू जी की फतेह।